ऐसा कहा जाता है कि एक व्यक्ति जीवन में हमेशा चाहता है कि उसका बेटा बड़ा होकर एक महान अधिकारी बने और परिवार के लिए एक अच्छा नाम बनाए। इतना ही नहीं, माता पिता हमेशा अपने बच्चों से अपेक्षा करते हैं कि वे बुढ़ापे में उनका साथ दे। लेकिन परिस्थितियां कभी कभी व्यक्ति को इस हद तक ले जाती हैं कि वह जीवन में एक पूरा परिवार होते हुए भी अकेला ही रह जाता है। एक समय था जब प्रकाश एवेन्यू कपूरथला में रहते मोहनलाल के परिवार का पुत्र मोहिंदर राज 2013 में सहायक कमांडेंट के रूप में बीएसएफ में शामिल हुए थे। 3 बहनों का इकलौता भाई होने के कारण मां नहीं चाहती थी कि उनका बेटा बीएसएफ में जाकर नौकरी करे। मां हमेशा चाहती थी कि उसका बेटा हमेशा उसकी आंखों के सामने रहे, लेकिन स्थिति ने और हालातों को ऐसा गवारा नहीं था। महिंदर राज को 2013 में बीएसएफ में सहायक कमांडेंट के रूप में चुना गया था। एक बार उनके ट्रेनिंग के बाद देश के अलग अलग कोनों में उनकी पोस्टिंग हुई और कारगिल युद्ध के दौरान महिंदर राज भी इस युद्ध का हिस्सा बने। लेकिन एक दिन परिवार को खबर मिली कि उनके बेटे ने देश के लिए अपने प्राणों की आहुति दे दी है। घर का इकलौता बेटा जिसे माँ कभी भी अपनी आंखों से दूर नहीं रखना चाहती थी, आज जिंदगी भर आंखों में आंसू लेकर माँ को दर्द भरी जुदाई दे गया। शहीद की माँ कोमल का कहना है कि आज घर में स्थिति ये है कि बेटा पहले शहीद हुआ है, बहू ने उसे छोड़ दिया है, पति का निधन हो गया है। बुढ़ापा पेंशन छोड़कर उनके मुताबिक आज ना तो उन्हें सरकार की ओर से उनके बेटे को दी जाने वाली पेंशन का कोई हिस्सा मिलता है और ना ही घर चलाने के लिए उनके पास कोई और साधन है। बहू कभी कभी कुछ पैसे भेज देती है, लेकिन बार बार पैसे मांगना ठीक नहीं है। कोमल का कहना है कि उनकी बहू कभी कभी उन्हें 10,000 रुपए ही भेज देती है। इसके चलते जब घर का खर्चा चलाना मुश्किल हो जाता है तो माँ पैसे नहीं देती, तो उन्हें बार बार फोन करना पसंद नहीं है। पापा मेरे का 1993 ਚ ਭਰਤੀ ਹੋਇਆ ਸੀਗਾ। ਅੱਛਾ ਜੀ। ਹਾਂਜੀ ਤੇ ਉਸ ਤੋਂ ਬਾਅਦ ਕਿੱਦਾਂ ਸਰਵਿਸ ਹੋਈ, ਕਿੱਦਾਂ ਤੁਹਾਨੂੰ ਤੁਸੀਂ ਦੱਸ ਰਹੇ ਸੀਗੇ ਕਿ ਤੁਹਾਨੂੰ ਪਤਾ ਹੀ ਨਹੀਂ ਸੀ ਕਿਸੇ ਹੋਰ ਪਾਸੇ ਜਾਣਾ ਸੀਗਾ, ਭਰਤੀ ਹੋ ਹਾਂਜੀ ਗਏ, ਹਾਂਜੀ ਉਹ ਪੂਰੀ ਸਟੋਰੀ ਦੱਸ ਦਿਓ ਜੀ। ਹਾਂਜੀ ਉਹਨਾਂ ਆਪਣੇ ਬੇਟਾ ਮੇਰਾ ਐਮਫਿਲ ਤੱਕ ਪੜ੍ਹਾਈ ਕੀਤੀ ਹੋਈ ਸੀ ਉਹਨੇ ਚੰਡੀਗੜ੍ਹ ਤੋਂ ਡੀਏਵੀ ਕਾਲਜ ਤੋਂ 골ਡ ਮੈਡਲਿਸਟ ਰਿਹਾ ਵਾ। ਉਸ ਤੋਂ ਬਾਅਦ ਫਿਰ ਬੀਏ ਕਰਨ ਤੋਂ ਬਾਅਦ ਚੰਡੀਗੜ੍ਹ ਚਲਾ ਗਿਆ ਯੂਨੀਵਰਸਿਟੀ। ਉੱਥੋਂ ਫਿਰ ਇਹਨੇ ਆਪਣੇ ਐਮਏ ਕੀਤੀ, ਫਿਰ ਉੱਥੇ ਐਮਫਿਲ ਕੀਤੀ, ਫਿਰ ਪੀਐਚਡੀ ਕਰਨ ਨੂੰ ਕਹਿੰਦਾ ਸੀਗਾ। ਫਿਰ ਬਾਬੂ ਜੀ ਕਹਿੰਦੇ ਕਾਕਾ ਹੁਣ ਮੇਰੇ 'ਚ ਹਿੰਮਤ ਹੈ ਨਹੀਂ, ਕਿਉਂਕਿ ਹੋਰ ਵਿੱਚ ਛੋਟੀਆਂ ਭੈਣਾਂ ਉਹਦੀਆਂ ਪੜ੍ਹਦੀਆਂ ਸੀਗੀਆਂ। ਉਹ ਫਿਰ ਉਸ ਤੋਂ ਬਾਅਦ ਵਾਪਸ ਆ ਗਿਆ ਕਪੂਰਥਲੇ ਡੀਏਵੀ ਕਾਲਜ। ਫਿਰ ਉਹਨੇ ਜਾ ਕੇ ਪ੍ਰਿੰਸੀਪਲ ਨੂੰ ਮਿਲਿਆ। ਫਿਰ ਉਹਨਾਂ ਨੂੰ ਪਤਾ ਵੀ ਬੱਚਾ ਸਾਡੇ ਕੋਲ ਪੜ੍ਹ ਕੇ ਗਿਆ, ਨਾਲੇ 골ਡ ਮੈਡਲਿਸਟ ਹੈਗਾ। ਉਹਨਾਂ ਨੂੰ ਉੱਥੇ ਉਹਨੂੰ ਨਾ ਪ੍ਰੋਫੈਸਰ ਦੀ ਨੌਕਰੀ ਦੇ ਦਿੱਤੀ। ਉੱਥੇ ਨੌਕਰੀ ਕਰਦਾ ਰਿਹਾ ਹੈ ਇਹ। ਸਾਨੂੰ ਨਹੀਂ ਪਤਾ ਬੀਐਸਐਫ 'ਚ ਨੌਕਰੀਆਂ ਨਿਕਲੀਆਂ ਸੀਗੀਆਂ। ਉਹਨੇ ਕਿਹੜੇ ਵੇਲੇ ਫਾਰਮ ਭਰ ਕੇ ਦੇ ਦਿੱਤੇ ਅਤੇ ਇੰਟਰਵਿਊ ਵੀ ਦੇ ਆਇਆ, ਸਿਲੈਕਟ ਵੀ ਹੋ ਗਿਆ। ਸਾਨੂੰ ਜਾਣ ਤੋਂ 4 ਦਿਨ ਪਹਿਲਾਂ ਪਤਾ ਲੱਗਾ ਜਦੋਂ ਉਹਨੇ ਟ੍ਰੇਨਿੰਗ 'ਤੇ ਜਾਣਾ ਸੀਗਾ। ਕਹਿੰਦਾ ਮੰਮੀ ਮੈਂ ਇਸ ਤਰ੍ਹਾਂ ਮਤਲਬ ਮੈਂ ਸਿਲੈਕਟ ਹੋ ਗਿਆ ਅਤੇ ਮੈਂ ਉੱਥੇ ਰੀਕਨਪੁਰ ਜਾਣਾ ਹੈਗਾ ਟ੍ਰੇਨਿੰਗ 'ਤੇ। ਅਤੇ ਮੈਂ ਕਿਹਾ ਬੇਟਾ ਤੂੰ ਕਿਹੜੇ ਪਾਸੇ ਤੁਰ ਪਿਆ ਹੈਗਾ, ਮੇਰੇ ਕਿਹੜੇ 5-7 ਤੂੰ ਇਕੱਲਾ ਇਕੱਲਾ ਹੈਗਾ। ਕਹਿੰਦਾ ਕਿ ਨਹੀਂ ਮੰਮੀ ਮੈਂ ਦੇਸ਼ ਦੀ ਸੇਵਾ ਕਰਨੀ। ਚਲੋ ਮਨ ਮਜ਼ਬੂਤ ਕਰਕੇ ਉਹਨੂੰ ਭੇਜਿਆ ਸੀ, ਚਲਾ ਗਿਆ। ਫਿਰ ਉੱਥੇ ਚਲੋ ਟ੍ਰੇਨਿੰਗ 'ਤੇ ਰਿਹਾ। ਉਸ ਤੋਂ ਬਾਅਦ ਮੈਨੂੰ ਹਾਰਟ ਅਟੈਕ ਹੋ ਗਿਆ ਕੋਈ 3 ਕੁ ਮਹੀਨਿਆਂ ਬਾਅਦ। ਅਸੀਂ ਨੇ ਉਹਨੂੰ ਦੱਸਿਆ ਕਾਕੇ ਨੂੰ ਕਿ ਵੀ ਇੱਦਾਂ ਇੱਦਾਂ ਇਹ ਮੰਮੀ ਬਿਮਾਰ ਹੋ ਗਈ ਹੈ। ਫਿਰ ਉਸ ਤੋਂ ਬਾਅਦ ਫਿਰ ਇਹਨੂੰ ਜਦੋਂ ਬੱਚੇ ਜਦੋਂ ਉੱਥੇ ਮਤਲਬ ਟ੍ਰੇਨਿੰਗ ਪੂਰੀ ਹੋ ਜਾਂਦੀ ਤਾਂ ਮੰਮੀ ਪਾਪਾ ਨੂੰ ਬੁਲਾਉਂਦੇ ਹੈਗੇ ਉੱਥੇ। ਫਿਰ ਸਾਨੂੰ ਬੁਲਾਇਆ ਸੀ ਉਹਨਾਂ ਨੇ। ਫਿਰ ਅਸੀਂ ਗਏ ਸੀ ਦੋਨੋਂ ਜਣੇ। ਸਟਾਰ ਅਸੀਂ ਆਪਣੇ ਹੱਥਾਂ ਨਾਲ ਲਾਏ। ਫਿਰ ਅਸੀਂ ਸਾਰੇ ਇਕੱਠੇ ਵਾਪਸ ਇੱਥੇ ਆ ਗਏ ਕਪੂਰਥਲੇ। ਇੱਥੋਂ ਫਿਰ ਇਹ ਉਸ ਤੋਂ ਬਾਅਦ ਫਿਰ ਇਹ ਪਤਾ ਨਹੀਂ ਮਹੀਨਾ ਛੁੱਟੀ ਸੀ, ਪਤਾ ਨਹੀਂ 20-22 ਦਿਨ ਦੀ ਛੁੱਟੀ ਸੀ। ਉਸ ਤੋਂ ਬਾਅਦ ਫਿਰ ਇਹ ਡਿਊਟੀ 'ਤੇ ਚਲਾ ਗਿਆ। ਹਾਂਜੀ ਇਹ ਮਤਲਬ ਇੱਧਰਲੇ ਪਾਸੇ ਰਿਹਾ ਹੈਗਾ, ਅਸਾਮ ਵਾਲੇ ਪਾਸੇ, ਮਿਜ਼ੋਰਮ ਉੱਧਰਲੇ ਪਾਸੇ ਡਿਊਟੀਆਂ ਇਹਦੀਆਂ ਰਹੀਆਂ। ਉੱਥੋਂ ਫਿਰ ਇਹ ਇੱਧਰ ਆ ਗਿਆ, ਆਪਣੇ ਸ਼੍ਰੀਨਗਰ ਆ ਗਿਆ। ਹਾਂਜੀ ਫਿਰ ਸ਼੍ਰੀਨਗਰ ਆਉਣ ਤੋਂ ਬਾਅਦ ਫਿਰ ਇਹ ਦੇਖ ਲਓ ਉੱਥੇ ਵੀ ਇਹਨੇ ਡਿਊਟੀ ਕੀਤੀ। ਫਿਰ ਅਸੀਂ ਚਲੋ ਇਹਦਾ ਰਿਸ਼ਤਾ ਕੀਤਾ, ਇਹਦਾ ਵਿਆਹ ਕੀਤਾ। ਚਲੋ ਜਦੋਂ ਕੀ ਤੁਹਾਨੂੰ ਫੋਨ ਆਇਆ ਜਦੋਂ ਤੁਹਾਨੂੰ ਇਹ ਸਾਰਾ ਪਤਾ ਲੱਗਾ ਕਿ ਇੱਕ ਲੜਾਈ ਚੱਲ ਰਹੀ ਹੈ ਉਹਦੇ ਵਿੱਚ ਵੀ ਹਾਂਜੀ ਹਾਂਜੀ ਇਵੇਂ ਸੀਗਾ ਕਿ ਤੜਕੇ
4 ਵਜੇ ਨਾ ਮਤਲਬ ਮੈਨੂੰ ਆਪਣੇ ਆਪ ਇਦਾਂ ਦਿਲ ਜਾ ਮੇਰਾ ਘਬਰਾਉਣ ਲੱਗ ਪਿਆ। ਜਿਸ ਦਿਨ ਕਾਕਾ ਇਦਾਂ ਹੋਇਆ ਵਾ ਸਵੇਰੇ ਤੜਕੇ ਹੀ। ਇਹ ਨਾ ਉੱਥੋਂ ਰਾਤ ਨੂੰ ਇਹਨਾਂ ਦੀ ਸੀਗੀ ਆਪਣੇ ਕੋਈ ਪਾਰਟੀ ਸੀ, ਪਾਰਟੀ ਤੋਂ ਆਇਆ ਸੀ ਕਾਕਾ ਮੇਰਾ ਰਾਤ ਨੂੰ ਉੱਥੇ ਸ਼੍ਰੀਨਗਰ। ਪਾਰਟੀ ਤੋਂ ਆ ਕੇ ਸੌਂ ਗਿਆ ਤੇ ਤੜਕੇ ਫੋਨ ਆ ਗਿਆ ਇਹਨਾਂ ਨੂੰ ਕਿ ਵੀ ਕੰਪਲੈਕਸ ਤੇ ਹਮਲਾ ਹੋ ਗਿਆ ਤੇ ਤੁਸੀਂ ਆ ਜਾਓ। ਤੇ ਇਹਨੇ ਕੁੜਤਾ ਪਜਾਮਾ ਪਾਇਆ ਹੋਇਆ ਸੀਗਾ, ਸੁੱਤਾ ਪਿਆ ਸੀਗਾ। ਉਦਾਂ ਹੀ ਉੱਠ ਕੇ ਇਹ ਚਲਾ ਗਿਆ ਤੇ ਉੱਥੇ ਜਾ ਕੇ ਹਮਲਾ ਹੋ ਰਿਹਾ ਸੀਗਾ ਉੱਥੇ ਮਤਲਬ। ਤੇ ਉਹਦੇ ਵਿੱਚ ਇੱਕ DIG ਚੱਕਰਵਰਤੀ ਜੀ ਹੋ ਗਏ ਸੀ ਪੂਰੇ, ਇੱਕ ਆਪਣਾ ਇੰਸਪੈਕਟਰ ਭਾਸਕਰ ਸੀਗਾ, ਇੱਕ ਮੇਰਾ ਬੇਟਾ ਸੀਗਾ। ਇਹ ਤਿੰਨੋਂ ਉੱਥੇ ਮਤਲਬ ਸ਼ਹੀਦ ਹੋ ਗਏ ਸੀਗੇ। ਇੱਕ ਬਹੁਤ ਵੱਡੀ ਲੜਾਈ ਸੀ ਜਿਹੜੀ ਦੇਸ਼ ਨੇ ਜਿੱਤੀ। ਹਾਂਜੀ ਹਾਂਜੀ ਦੇਸ਼ ਨੇ ਉਹਦੀਆਂ ਖੁਸ਼ੀਆਂ ਮਨਾਈਆਂ, ਲੇਕਿਨ ਉਹਦੇ ਦੂਸਰੇ ਪਾਸੇ ਬਹੁਤ ਸਾਰੇ ਘਰ ਐਸੇ ਵੀ ਸੀ ਹਾਂਜੀ ਹਾਂਜੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਚਿਰਾਗ ਬੁਝ ਗਏ। ਹਾਂਜੀ ਔਰ ਹਾਂਜੀ ਉਸ ਤੋਂ ਬਾਅਦ ਸਰਕਾਰਾਂ ਨੇ ਉਹਨਾਂ ਦੀ ਕਈਆਂ ਨੂੰ ਬੜੀ ਸਾਰ ਲਈ, ਕਈਆਂ ਨੂੰ ਕੁਝ ਹੋਇਆ। ਜਦੋਂ ਬੇਟਾ ਇਦਾਂ ਸ਼ਹੀਦ ਹੋ ਗਿਆ ਤੇ ਬਹੁਤ ਸਾਰੀਆਂ ਚੀਜ਼ਾਂ ਮਨ 'ਚ ਆਈਆਂ ਹੋਣਗੀਆਂ, ਬਹੁਤ ਸਾਰੀਆਂ ਗੱਲਾਂ ਲੋਕੀ ਵੀ ਕਹਿੰਦੇ ਆ, ਹਾਂਜੀ ਪਰ ਸਰਕਾਰ ਵੱਲੋਂ ਕੀ ਮਿਲਿਆ, ਕਿੱਦਾਂ ਰਿਹਾ ਪਰਿਵਾਰ? ਉਹਨਾਂ ਦੀ ਪਤਨੀ ਸੀ, ਉਹ ਪੂਰਾ ਕੀ ਹਾਲਾਤ ਬਣੇ ਬਾਅਦ 'ਚ? ਦੇਖੋ ਜੀ, ਤੁਹਾਨੂੰ ਮੈਂ ਕੀ ਦੱਸਾਂ, ਤੁਹਾਨੂੰ ਸਾਰਾ ਪਤਾ ਹੀ ਹੈਗਾ ਵੀ ਕੀ ਕੁਛ ਵਾਪਰਿਆ ਬਾਅਦ ਚ, ਹੈ ਨਾ। ਮੈਨੂੰ ਫੋਨ ਆਇਆ ਕੋਈ 6 ਵਜੇ ਕਿ ਬਈ ਮਹਿੰਦਰ ਰਾਜ ਦੇ ਨਾ ਪੈਰ 'ਚ ਗੋਲੀ ਲੱਗ ਗਈ ਹੈ ਤੇ ਅਸੀਂ ਉਹਨੂੰ ਲੈ ਕੇ ਆ ਰਹੇ ਆ, ਇੱਥੇ ਆਪਣੇ ਕਪੂਰਥਲੇ ਆ ਰਹੇ ਆ। ਤੇ ਮੈਂ ਕਿਹਾ ਵੀ ਗੋਲੀ ਲੱਗ ਗਈ ਤੇ ਉੱਥੇ ਇਲਾਜ ਕਰਾਉਣਾ ਉਹਦਾ, ਵੀ ਇੱਥੇ ਇੱਦਾਂ ਕਿਉਂ ਲੈ ਕੇ ਆ ਰਹੇ? ਪਰ ਮੈਂ ਦੱਸਿਆ ਨਹੀਂ। ਮੈਨੂੰ ਪਤਾ ਉਦੋਂ ਲੱਗਾ ਜਦੋਂ ਕਿ ਵੀ ਆਪਣੇ ਜਲੰਧਰ ਦੇ IG ਸਾਹਿਬ ਸਾਡੇ ਘਰੇ ਆਏ, BSF ਦੇ ਸਾਰੀ ਮਤਲਬ ਕਾਫੀ ਜਣੇ ਸਾਡੇ ਘਰੇ ਆਏ ਤੇ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਵੀ ਤੁਹਾਡਾ ਬੇਟਾ ਵੀਰਗਤੀ ਨੂੰ ਪ੍ਰਾਪਤ ਹੋ ਗਿਆ। ਤੇ ਬਾਕੀ ਸਰਕਾਰ ਵੱਲੋਂ ਤਾਂ ਜੀ ਇੱਦਾਂ ਵੀ ਉਸ ਵੇਲੇ ਤਾਂ ਬੜੇ ਬੜੇ ਵਾਅਦੇ ਕੀਤੇ ਸਰਕਾਰ ਨੇ, ਅਸੀਂ ਆਹ ਕਰਾਂਗੇ ਜੀ, ਅਸੀਂ ਉਹ ਕਰਾਂਗੇ। ਬੇਟਾ ਕਿਸੇ ਨੇ ਨਹੀਂ ਪੁੱਛਿਆ ਸਾਨੂੰ, ਜੋ ਕੁਛ ਵੀ ਸੀਗਾ ਸਾਰਾ ਉਹਨੂੰ ਵੋਟਿੰਗ ਦਿੱਤਾ ਉਹਨਾਂ ਨੇ। ਤੇ ਉਸ ਵੇਲੇ ਪ੍ਰੈਗਨੈਂਟ ਸੀਗੀ, ਕਾਕੇ ਦੇ ਸ਼ਹੀਦ ਹੋਣ ਤੋਂ 2 ਮਹੀਨੇ ਬਾਅਦ ਇਹਦੇ ਬੇਟਾ ਹੋਇਆ। ਉਹ ਵੀ ਉੱਥੇ ਹੋਇਆ ਸੀਗਾ ਹੁਸ਼ਿਆਰਪੁਰ। ਉਹ ਸਾਡੇ ਘਰੋਂ ਇਹ ਕਿਰਿਆ ਵਾਲੇ ਦਿਨ ਹੀ ਚਲੀ ਗਈ ਸਾਨੂੰ ਛੱਡ ਕੇ। ਬਟ ਇਹਦੇ ਤਰਲੇ ਪਾਏ ਸੀਗੇ ਕਿ ਤੂੰ ਰਹੋ ਮੇਰੇ ਕੋਲ, ਮੈਂ ਦੇਖੂੰਗੀ ਤੇਰੀ ਸੇਵਾ ਕਰੂੰਗੀ, ਪਰ ਨਹੀਂ ਰੁਕੀ। ਉਹਦੇ ਮਾਂ-ਬਾਪ ਉਹਨੂੰ ਲੈ ਗਏ। ਫਿਰ ਸਾਨੂੰ ਬਾਅਦ 'ਚ ਪਤਾ ਲੱਗਾ ਕਿ ਵੀ ਉਹਦੇ ਬੇਟਾ ਹੋਇਆ ਹੈਗਾ। ਸਾਨੂੰ ਕਿਸੇ ਨੇ ਫੋਨ ਕਰਤਾ ਬਾਹਰੋਂ ਵੀ ਫਲਾਣੇ ਹਸਪੀਟਲ 'ਚ ਦਾਖਲ ਹੈ ਤੇ ਬੇਟਾ ਹੋਇਆ। ਅਸੀਂ ਗਏ ਉੱਥੇ ਤਾਂ ਸਾਨੂੰ ਪਤਾ ਲੱਗਾ ਤੇ ਅਸੀਂ ਜਾ ਕੇ ਮਿਲੇ ਵੀ ਉੱਥੇ ਉਹਨਾਂ ਨੂੰ, ਬੱਚੇ ਨੂੰ ਪਿਆਰ ਦਿੱਤਾ। ਤੇ ਮੈਂ ਕਿਹਾ ਚਲੋ ਹੁਣ ਠੀਕ ਆ, ਚਲੋ ਪਰਮਾਤਮਾ ਨੇ ਵੱਡੇ ਪੈਰੇ ਲਿਆ ਸੀ, ਛੋਟੇ ਪੈਰੇ ਮੁੜਿਆ ਆ ਮਹਿੰਦਰ। ਹੁਣ ਮੈਂ ਕਿਹਾ ਮੈਂ ਘਰੇ ਲਿਜਾਊਂਗੀ ਇਹਨੂੰ, ਬੋਟੀ ਨੂੰ, ਪਰ ਉਹਦੇ ਮਾਂ-ਬਾਪ ਨੇ ਸਾਡੇ ਘਰੇ ਨਹੀਂ ਆਉਣ ਦਿੱਤੀ। ਉਹਨੂੰ ਸਿੱਧਾ ਆਪਣੇ ਪਿੰਡ ਲੈ ਗਏ, ਨਸਰਾ ਬੱਧਣਾ, ਉੱਥੇ ਉਹ ਰਹੀ। ਚਲੋ ਫਿਰ ਵੀ ਮੈਂ ਜਦੋਂ ਕਾਕਾ ਹੋਇਆ 1.25 ਮਹੀਨੇ ਦਾ ਹੋਇਆ, ਫਿਰ ਮੈਂ ਢੀਠ ਬਣ ਕੇ ਫਿਰ ਮੈਂ ਗਈ ਉੱਥੇ ਗਈ ਉਹਨਾਂ ਦੇ ਕੋਲ ਜਾ ਕੇ। ਫਿਰ ਮੈਂ ਆਪਣੇ ਜੋ ਮੇਰੇ ਕੋਲ ਬਣਿਆ ਸਰਿਆ ਮੈਂ ਉੱਥੋਂ ਦੇਖ ਕੇ ਆਈ ਉਹਨੂੰ, ਬਹੂ ਨੂੰ। ਪਰ ਉਸ ਤੋਂ ਬਾਅਦ ਫਿਰ ਉਹ ਸਾਡੇ ਵੱਲ ਨਹੀਂ ਤੱਕਿਆ। ਫਿਰ ਇਹਨੂੰ ਆ ਨੌਕਰੀ ਮਿਲ ਗਈ ETO ਦੀ। ਤੇ ਚਲੋ ਜਦੋਂ ਇਹਦਾ ਦਿਲ ਕਰਦਾ ਕਦੀ 6 ਮਹੀਨੇ ਸਾਲ 'ਚ ਕਦੀ ਗੇੜਾ ਮਾਰ ਜਾਊਗੀ, ਤੇ ਉੱਦਾਂ ਨੇ ਉਹਨੇ ਸਾਨੂੰ ਦੇਖਦੀ ਆ ਕੇ ਵੀ ਤੁਸੀਂ ਕਿਵੇਂ ਹੋ, ਕਿਵੇਂ ਨੂੰ। ਦੇਖੋ ਹੁਣ ਮੇਰੇ ਹਸਬੈਂਡ ਪੂਰੇ ਹੋ ਗਏ, ਉਹਨਾਂ ਦੇ ਵਿੱਚ ਨਹੀਂ ਉਹ ਆਈ। ਫੋਨ ਵੀ ਕੀਤਾ, ਵੈਂਟੀਲੇਟਰ ਤੇ ਹੈਗੇ, ਗੁੱਡੂ ਤੂੰ ਆ ਜਾ, ਤੇ ਉਹ ਨਹੀਂ ਆਈ। ਤੇ ਸੰਸਕਾਰ ਮੇਰੀ ਵੱਡੀ ਬੇਟੀ ਨੇ ਕੀਤਾ। ਉਹ ਤੁਹਾਨੂੰ ਅੱਜ ਬੇਟੇ ਦਾ ਕੀ ਬੈਨੀਫਿਟ ਜਿਹੜਾ ਹੈ ਉਹ ਗਵਰਨਮੈਂਟ ਵੱਲੋਂ ਮਿਲਦਾ ਹੈ, ਜਾਂ ਬਹੂ ਦਾ ਜੋ ਸੀਗਾ ਉਹ ਚਲੀ ਗਈ, ਹਾਂਜੀ, ਲੈ ਕੇ ਚਲੀ ਗਈ? ਗੌਰਮੈਂਟ ਵੱਲੋਂ ਤਾਂ ਕੁਛ ਨਹੀਂ ਹੈਗਾ ਜੀ, ਕੁਛ ਵੀ ਨਹੀਂ ਹੈਗਾ। ਕੋਈ ਫਾਈਨੈਂਸ਼ੀਅਲ ਹੈਲਪ ਕਿਸੇ ਤਰੀਕੇ ਦੀ, ਕੋਈ ਨਾ, ਪੈਨਸ਼ਨ? ਕੁਛ ਨਹੀਂ ਹੈ। ਤੇ ਜੇ ਮੈਂ ਇਹ ਪੁੱਛਾਂ ਕਿ ਅੱਜ ਦੀ ਦਿਹਾੜੀ ਵਿੱਚ ਤੁਹਾਡਾ ਜਿਹੜਾ ਗੁਜ਼ਾਰਾ ਹੈ ਘਰ ਦਾ, ਉਹ ਕਿੱਦਾਂ ਚੱਲ ਰਿਹਾ ਹੈ? ਦੇਖੋ ਜੀ, ਇੱਕ ਤਾਂ ਮੈਨੂੰ 1500 ਪੈਨਸ਼ਨ ਮਿਲਦੀ ਬੁਢਾਪਾ, ਦੂਜੀ ਮੇਰੀ ਬੇਟੀਆਂ ਮੈਨੂੰ ਦੇਖਦੀ ਆ ਬਸ। ਵੋਟੀ ਹੈਗੀ ਆ, ਇਹ ਵੀ ਜਦੋਂ ਇਹ ਹੋਇਆ ਸੀ ਫੈਸਲਾ ਕੀਤਾ ਸੀਗਾ ਸਰਕਾਰ ਨੇ ਕਿ ਵੀ ਜਿਹੜੇ ਇੱਦਾਂ ਬੱਚੇ ਸ਼ਹੀਦ ਹੋ ਗਏ ਜਾਂ ਮਾਂ-ਬਾਪ ਇਕੱਲੇ ਹੈਗੇ ਆ, ਉਹਨਾਂ ਦੇ ਤਨਖਾਹਾਂ ਵਿੱਚੋਂ ਕੁਛ ਹਿੱਸਾ ਉਹਨਾਂ ਨੂੰ ਭੇਜਿਆ ਜਾਊਗਾ। ਉਸ ਡਰ ਨਾਲ ਇਹ ਮੈਨੂੰ 10,000 ਰੁਪਏ ਭੇਜਣ ਲੱਗ ਪਈ ਸੀਗੀ। ਉਹ ਵੀ ਆਪਣੀ ਮਰਜ਼ੀ ਨਾਲ, ਕਦੀ ਪਿਛਲੇ ਤਰੀਕਾ 'ਚ, ਕਦੀ 10 ਤਰੀਕ ਨੂੰ, ਕਦੀ 8 ਤਰੀਕ ਨੂੰ। ਉਹ ਮੈਂ ਫੋਨ ਕਰਾਂ ਤਾਂ ਮੈਂ ਚਾਹੁੰਦੀ ਵੀ ਮੈਂ ਇਹਦੇ ਮੋਰੇ ਹੱਥ ਨਹੀਂ ਅੱਡਣਾ। ਮੈਨੂੰ ਉਹਨਾਂ ਦੇ ਆਫਿਸ ਵਾਲੇ ਉਹਦੀ ਤਨਖਾਹ 'ਚ ਕੱਟ ਕੇ ਜੋ ਮੇਰਾ ਬਣਦਾ ਹੈਗਾ ਮੈਨੂੰ ਭੇਜਣ, ਜੋ ਮੈਨੂੰ ਬਣਦਾ ਮੇਰਾ ਭੇਜਣ, ਉਹਦੀ ਤਨਖਾਹ 'ਚੋਂ ਕੱਟ ਕੇ। ਮੈਂ ਨਹੀਂ ਉਹਦੇ ਮੋਰੇ ਹੱਥ ਅੱਡਣਾ ਹੈਗਾ।
ਹੁਣ ਇਹ ਹੁਣ ਦੇਖੋ, ਹੁਣ ਪਿਛਲੇ ਮਹੀਨੇ 28 ਤਰੀਕ ਨੂੰ ਪੈਸੇ ਭੇਜੇ, ਹਾਲੇ ਤੱਕ ਨਹੀਂ ਉਹਨੇ ਮੈਨੂੰ ਕੋਈ ਪੈਸਾ ਭੇਜਿਆ ਹੈਗਾ। ਮੈਂ ਹਰ ਮਹੀਨੇ ਮੂੰਹ ਚੱਕ ਕੇ ਵੇਖਦੀ ਰਿਹਾ ਕਰਾਂ, ਪਰ ਮੇਰਾ ਵੀ ਆਪਣਾ ਖਰਚਾ, ਬਿਮਾਰੀ, ਦੁੱਖ ਸੁੱਖ ਮੈਨੂੰ ਲੱਗੇ ਹੋਏ हैगे ਆ, ਤੇ ਚਾਹੀਦਾ नहीं हैगा ਉਹਨੂੰ टाइम ना भेजे। हिमाचल में चुनावों की बेहतरीन कवरेज के बाद अब पंजाब और जम्मू कश्मीर में आ रहे हैं हम। आपकी उम्मीदों पर खरा उतरने की कोशिश करेंगे हम। आपकी आवाज को प्रशासन तक पहुंचाएंगे हम। किसी भी समस्या या परेशानी के लिए नीचे दिए गए नंबर पर संपर्क करें। हम हैं AMI न्यूज, आपकी आवाज। आपकी आवाज